प्यारे विद्यार्थियों, सब तो पहला सत श्री अकाल। तुहाडा सारिਆਂ ਦਾ इस ਲੈਕਚਰ ਦੇ ਵਿੱਚ स्वागत है। ਜਿਵੇਂ कि ਤੁਹਾਨੂੰ पता है कि करोना वायरस ਨਾਂ ਦੀ ਬਿਮਾਰੀ ने पूरे विश्व ਨੂੰ ਆਪਣੇ ਚੁੰਗਲ ਵਿੱਚ ਲਿਆ ਹੋਇਆ है। ਸੋ ਆਸ ਕਰਦੇ ਹਾਂ कि ਤੁਸੀਂ ਅਜਿਹੇ ਨਾਜ਼ੁਕ ਸਮੇਂ ਦੇ ਵਿੱਚ ਤੰਦਰੁਸਤ ਹੋਵੋਗੇ, ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋਵੋਗੇ, ਸਰਕਾਰ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹੋਵੋਗੇ। सो प्यारे बच्चों, बचाव विच ही बचाव है, इसलिए तुसी अपने आप नूं जिन्ना हो सकता बचा के रखना है। सो अज असी 10वीं जमात के पंजाबी विषय के पाठक्रम में शामिल एकांगी बंब केस जिहड़ी पंजाबी के बहुत वड्डे नाटककार बलवंत गार्गी होरां ने लिखी हुई है, उस बारे गलबात करांगे। सो इस तो पहला कि आपां एकांगी पढ़ीए, उस तो पहला एकांगी शब्द बारे जानकारी हासिल करते हैं कि ये एकांगी शब्द है कि एकांगी दो शब्दों के मेल तो बने है। एकांगी एक प्लस अंगी। एकांगी तो भाव वो नाटक जिसका सिर्फ एक ही अंग होता है, भाव के एक अंकी नाटक नूं एकांगी कहा जाता है। ये वो नाटक होंदा है जिस विच एक समय एक थां ते इक्को ही घटना वापरदी है, सो उसनूं एकांगी कहा जाता है। जिवें ਤੁਹਾਨੂੰ ਦੱਸਿਆ ਜਾ ਚੁੱਕਿਆ है कि ਅਸੀਂ बलवंत गार्गी होरा द्वारा रचित एकांगी बंब केस पढ़न जा रहे हाँ। सो इस तो पहला कि ਅਸੀਂ एकांगी ਨੂੰ ਪੜ੍ਹੀਏ, ਉਹਦਾ ਅਭਿਆਸ ਕਰੀਏ, ਉਸ ਤੋਂ ਪਹਿਲਾਂ ਅਸੀਂ ਬੰਬ ਕੇਸ ਸ਼ਬਦ ਬਾਰੇ ਤੇ ਇਸ एकांगी ਦੇ ਰਚਨਹਾਰੇ ਭਾਵ ਕੇ ਨਾਟਕਕਾਰ बलवंत गार्गी ਹੋਰਾ ਬਾਰੇ ਥੋੜੀ ਜਾਣਕਾਰੀ ਹਾਸਲ ਕਰਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਵਿਧੀਵਤ ਰੂਪ ਦੇ ਵਿੱਚ एकांगी ਨੂੰ ਪੜਾਂਗੇ, ਉਹਦਾ ਅਭਿਆਸ ਕਰਾਂਗੇ। सो प्यारे विद्यार्थियों, अज की साड़ी एकांगी है बंब केस, जिहड़ी बलवंत गार्गी होरां ने लिखी है। सो गार्गी साहब बंब शब्द नूं लैके अपनी एकांगी का सारा ताना बाणा बनाते हैं। इस एकांगी का पात्र है वजीरा। वो टांगे दे बंब बनाउंदा है। प्यारे विद्यार्थियों, टांगे का एक पार्ट हुंदा है बंब। इस एकांगी का एक पात्र है थानेदार, जिहड़ा मूर्ख टाइप है। वो समझदा है कि वजीरा कैमिकल दे बंब बनाउंदा है। सो इसे गल नूं लैके गार्गी साहब की एकांगी अगे तुरदी है, भाव कि गार्गी साहब ने बंब शब्द नूं लैके अपनी एकांगी का ताना बाणा बुनिया है। ये बलवंत गार्गी होरां दी तस्वीर तुसीं देख सकते हो। उन्हां दा जन्म 4 दसंबर 1916 नूं पिंड सैणा जिला बठिंडा विखे होया। उन्हां दी माता जी का नाम श्रीमती पुन्नी, उन्हां दे पिता जी का नाम बाबू शिवचंद, ते उन्हां ने MA अंग्रेजी ते MA पोलीटिकल साइंस की हुई सी। काफ़ी समा आल इंडिया रेडियो ते बतौर आर्टिस्ट नौकरी की। फिर अमरीका सैट हो गए, उत्थे अमरीका की यूनीवर्सिटी ऑफ वाशिंगटन विखे नाटक पढ़ाते रहे। पंजाब यूनीवर्सिटी चंडीगढ़ च बतौर प्रोफैसर काम किया, जिथे उन्हां दी अगवाई हेठ डिपार्टमेंट ऑफ इंडियन थिएटर कायम होया। उन्होंने अपना जीवन एक सुतंत्र लेखक, नाटककार,
ਨਿਰਦੇਸ਼ਕ ਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਕੋਲ ਪ੍ਰੀਤਨਗਰ ਰਹਿੰਦਿਆਂ ਉਹਨਾਂ ਦੀ ਨਾਟਕੀ ਪ੍ਰਤਿਭਾ ਪ੍ਰਫੁੱਲਿਤ ਹੋਣੀ ਸ਼ੁਰੂ ਹੋਈ। ਉਹਨਾਂ ਦੇ ਸਾਰੇ ਨਾਟਕ ਬੜੀ ਸਫਲਤਾ ਨਾਲ ਮੰਚ ਦੇ ਉੱਪਰ ਖੇਡੇ ਗਏ। ਭਾਰਤ ਤੋਂ ਇਲਾਵਾ ਮਾਸਕੋ, ਜਰਮਨੀ, ਪੋਲੈਂਡ, ਲੰਡਨ, ਅਮਰੀਕਾ ਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਖੇਡੇ ਗਏ। 21 ਅਪ੍ਰੈਲ 2003 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਹੁਣ ਅਸੀਂ ਉਹਨਾਂ ਦੁਆਰਾ ਕੀਤੀਆਂ ਹੋਈਆਂ ਰਚਨਾਵਾਂ ਬਾਰੇ ਪੜ੍ਹਦੇ ਹਾਂ। ਲੋਹਾ ਕੁੱਟ, ਸੈਲ ਪੱਥਰ, ਬਿਸਵੇਦਾਰ, ਕੇਸਰੋ, ਨਵਾਂ ਮੁੱਢ, ਘੁੱਗੀ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾਂ, ਕਣਕ ਦੀ ਬੱਲੀ, ਧੂਣੀ ਦੀ ਅੱਗ, ਗਗਨ ਮੈਂ ਥਾਲ, ਸੁਲਤਾਨ ਰਜ਼ੀਆ, ਸੌਕਣ ਤੇ ਅਭਿਸਾਰਕਾ, ਇਹ ਉਹਨਾਂ ਦੇ ਪੂਰੇ ਨਾਟਕ ਹੈ। ਇਸ ਤੋਂ ਇਲਾਵਾ ਕੁਆਰੀ ਟੀਸੀ, ਦੋ ਪਾਸੇ, ਪੱਤਨ ਦੀ ਬੇੜੀ, ਦਸਵੰਧ, ਦੁੱਧ ਦੀਆਂ ਧਾਰਾਂ, ਚਾਕੂ ਤੇ ਪੈਂਤੜੇਬਾਜ਼, ਇਹ ਸਾਰੇ ਉਹਨਾਂ ਦੇ ਇਕਾਂਗੀ ਸੰਗ੍ਰਹਿ ਹੈ। ਇਸ ਤੋਂ ਇਲਾਵਾ ਨੰਗੀ ਧੁੱਪ ਤੇ ਕਾਸ਼ਨੀ ਵਿਹੜਾ, ਇਹ ਉਹਨਾਂ ਦੀਆਂ ਆਤਮ ਕਥਾਵਾਂ ਨੇ। ਇਸ ਤੋਂ ਇਲਾਵਾ ਮਿਰਚਾਂ ਵਾਲਾ ਸਾਧ, ਡੁੱਲੇ ਬੇਰ ਤੇ ਕਾਲਾ ਅੰਬ, ਇਹ ਤਿੰਨ ਉਹਨਾਂ ਦੇ ਕਹਾਣੀ ਸੰਗ੍ਰਹਿ ਨੇ। ਕਕਾਰੇਤਾ ਤੇ ਜੂਠੀ ਰੋਟੀ, ਇਹ ਦੋ ਨਾਵਲ ਰਚੇ ਉਹਨਾਂ ਨੇ। ਇਸ ਤੋਂ ਇਲਾਵਾ ਰੰਗਮੰਚ ਤੇ ਲੋਕ ਨਾਟਕ, ਇਹ ਦੋ ਖੋਜ ਪੁਸਤਕਾਂ ਨੇ ਪੰਜਾਬੀ ਥੀਏਟਰ ਬਾਰੇ। ਹੁਣ ਅਸੀਂ ਉਹਨਾਂ ਦੀਆਂ ਕਿਰਤਾਂ ਬਦਲੇ ਮਿਲੇ ਮਾਣ ਸਨਮਾਨ ਦੀ ਗੱਲ ਕਰਦੇ ਹਾਂ। ਸਾਹਿਤ ਅਕਾਦਮੀ ਪੁਰਸਕਾਰ ਰੰਗਮੰਚ ਪੁਸਤਕ ਲਈ 1962 ਦੇ ਵਿੱਚ ਉਹਨਾਂ ਨੂੰ ਮਿਲਿਆ। 1973 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ। ਸੋ ਪਿਆਰੇ ਵਿਦਿਆਰਥੀਓ, ਅਸੈਨਿਕ ਨਾਗਰਿਕਾਂ ਨੂੰ ਮਿਲਣ ਵਾਲਾ ਭਾਰਤ ਦਾ ਸਭ ਤੋਂ ਵੱਡਾ ਚੌਥੇ ਨੰਬਰ ਦਾ ਅਵਾਰਡ ਹੈ ਪਦਮ ਸ਼੍ਰੀ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਮਿਲਿਆ। ਭਾਰਤੀ ਸੰਗੀਤ ਨਾਟਕ ਅਕਾਦਮੀ ਦਿੱਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਅਵਾਰਡ ਮਿਲਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਫੈਸਰ ਆਫ ਐਮੀਨੈਂਸ ਦੀ ਉਪਾਧੀ ਮਿਲੀ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਉਹਨਾਂ ਨੂੰ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ ਮਿਲਿਆ। ਇਸ ਇਕਾਂਗੀ ਦੇ ਮੁੱਖ ਪਾਤਰ ਵੀਰਾਂਵਲੀ, ਇਹ ਇੱਕ ਅੱਧਖੜ ਉਮਰ ਦੀ ਔਰਤ ਹੈ। ਦੀਪੋ ਵੀਰਾਂਵਲੀ ਦੀ ਧੀ, ਵਜ਼ੀਰਾ ਵੀਰਾਂਵਲੀ ਦਾ ਪੁੱਤਰ, ਮਾਨਾ ਵੀਰਾਂਵਲੀ ਦੀ ਇੱਕ ਗੁਆਂਢਣ, ਇੱਕ ਥਾਣੇਦਾਰ ਤੇ ਇੱਕ ਸਿਪਾਹੀ, ਇਹ ਇਕਾਂਗੀ ਦੇ 6 ਪਾਤਰ ਨੇ ਜਿਨ੍ਹਾਂ ਦੁਆਲੇ ਇਕਾਂਗੀਕਾਰ ਨੇ ਇਕਾਂਗੀ ਨੂੰ ਸਿਰਜਿਆ। ਸੋ ਪਿਆਰੇ ਵਿਦਿਆਰਥੀਓ, ਹੁਣ ਮੈਂ ਤੁਹਾਡੇ ਨਾਲ ਇਸ ਇਕਾਂਗੀ ਦਾ ਵਿਸ਼ਾ ਵਸਤੂ ਸਾਂਝਾ ਕਰਦਾ ਹਾਂ। ਇਕਾਂਗੀ ਦੇ ਸ਼ੁਰੂ ਵਿੱਚ ਇੱਕ ਥਾਣੇਦਾਰ ਤੇ ਇੱਕ ਸਿਪਾਹੀ ਇੱਕ ਗਲੀ ਵਿੱਚ ਖੜੇ ਹੈ। ਥਾਣੇਦਾਰ ਇਸ ਏਰੀਏ ਵਿੱਚ ਨਵਾਂ ਆਇਆ ਹੈ, ਉਹਨੂੰ ਇਸ ਏਰੀਏ ਦਾ ਭੇਦ ਨਹੀਂ। ਸਿਪਾਹੀ ਉਹਨੂੰ ਦੱਸਦਾ ਹੈ ਕਿ ਇਸ ਏਰੀਏ ਵਿੱਚ ਚੋਰੀਆਂ ਡਾਕੇ ਆਮ ਗੱਲ ਹੈ। ਇੱਥੇ ਚੋਰ ਡਾਕੂ ਤੇ ਬਦਮਾਸ਼ ਰਹਿੰਦੇ ਹੈ। ਇੱਥੋਂ ਤੱਕ ਕਿ ਘਰ ਘਰ ਹਥਿਆਰ ਵੀ ਬਣਦੇ ਆ। ਇਹ ਸੁਣ ਕੇ ਥਾਣੇਦਾਰ ਉਹਨੂੰ ਕਹਿੰਦਾ ਕਿ ਮੈਂ ਸਭਨਾਂ ਦੀਆਂ ਮੁਸ਼ਕਾਂ ਕਸਾ ਦਿਆਂਗਾ। ਫਿਰ ਸਿਪਾਹੀ ਉਹਨੂੰ ਦੱਸਦਾ ਕਿ ਇੱਥੇ ਮਿੱਤੂ ਲੋਹਾਰ ਦੇ ਮੁਹੱਲੇ ਵਿੱਚ ਇੱਕ ਵਜ਼ੀਰਾ ਰਹਿੰਦਾ ਹੈ ਜਿਹੜਾ ਬੰਬ ਵੀ ਬਣਾਉਂਦਾ ਹੈ। ਇਹ ਸੁਣ ਕੇ ਥਾਣੇਦਾਰ ਘਬਰਾ ਜਾਂਦਾ ਹੈ ਤੇ ਉਹ ਕਹਿੰਦਾ ਹੈ ਵੀ ਉਹਨੇ ਤਾਂ ਮੇਰੀ ਇੱਕ ਸ਼ਤਰੌਲ ਵੀ ਨਹੀਂ ਝੱਲਣੀ, ਸਾਰਾ ਕੁਝ ਵਕ ਦੇਣਾ। ਉਹ ਦੱਸਦਾ ਹੈ ਕਿ ਮੇਰੀ ਮਾਰ ਬਾਕੀਆਂ ਨਾਲੋਂ ਵੱਖਰੀ ਹੈ, ਭਾਵ ਮੇਰੀ ਕੁੱਟ ਆ ਜਿਹੜੀ ਉਹ ਵੱਖਰੀ ਹੈ। ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਅੱਗੇ ਚਲੇ ਜਾਂਦੇ ਹੈ। ਸੋ ਪਿਆਰੇ ਵਿਦਿਆਰਥੀਓ, ਅਗਲਾ ਸੀਨ ਵੀਰਾਂਵਲੀ ਦੇ ਘਰ ਦਾ ਹੈ। ਵੀਰਾਂਵਲੀ ਤੇ ਉਹਦੀ ਧੀ ਦੀਪੋ ਘਰ ਵਿੱਚ ਹੈ।
ਵੀਰਾਂਵਾਲੀ ਦੀਪੋ ਨੂੰ ਆਵਾਜ਼ ਮਾਰਦੀ ਹੈ। ਜਦੋਂ ਦੀਪੋ ਆਉਂਦੀ ਹੈ ਤਾਂ ਉਹ ਕੁਝ ਖਾ ਰਹੀ ਹੈ। ਵੀਰਾਂਵਾਲੀ ਉਹਨੂੰ ਪੁੱਛਦੀ ਹੈ ਤਾਂ ਪਤਾ ਲੱਗਦਾ ਹੈ ਕਿ ਦੀਪੋ ਗੁੜ ਖਾ ਰਹੀ ਹੈ। ਵੀਰਾਂਵਾਲੀ ਉਹਨੂੰ ਝਿੜਕਦੀ ਹੈ ਕਿ ਇਹ ਗੁੜ ਉਹਨੇ ਆਪਦੇ ਪੁੱਤ ਵਾਸਤੇ ਲੁਕੋ ਕੇ ਰੱਖਿਆ ਸੀ। ਫਿਰ ਦੀਪੋ ਵੀਰਾਂਵਾਲੀ ਨੂੰ ਦੱਸਦੀ ਹੈ ਕਿ ਸਰਕਾਰ ਰਿਫਿਊਜੀਆਂ ਨੂੰ ਨਵੇਂ ਘਰ ਬਣਾ ਕੇ ਦੇ ਰਹੀ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਆਇਆ ਹੋਇਆ ਸੀਗਾ। ਆਰਥਿਕ ਹਾਲਤ ਕਾਫੀ ਕਮਜ਼ੋਰ ਸੀ। ਸੋ ਜਿਹੜੇ ਲੋਕ ਉਜੜ ਕੇ ਆਏ ਹੋਏ ਸੀ ਉਹਨਾਂ ਨੂੰ ਰਿਫਿਊਜੀ ਕਿਹਾ ਜਾਂਦਾ ਸੀ। ਸੋ ਉਹਨਾਂ ਦੋਨਾਂ ਦੇ ਵਾਰਤਾਲਾਪਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਕੋਲੇ ਇੱਕੋ ਢੱਠਾ ਹੋਇਆ ਖੋਲਾ ਹੈ ਜਿਹੜਾ ਚਿਉਂਦਾ ਰਹਿੰਦਾ ਹੈ। ਉਸ ਤੋਂ ਥੋੜੇ ਸਮੇਂ ਬਾਅਦ ਵੀਰਾਂਵਾਲੀ ਦੀ ਸਹੇਲੀ ਮਾਨਾ ਉਹਨਾਂ ਦੇ ਘਰ ਆ ਜਾਂਦੀ ਹੈ। ਵੀਰਾਂਵਾਲੀ ਇਹ ਖੁਸ਼ੀ ਮਾਨਾ ਨਾਲ ਸਾਂਝੀ ਕਰਦੀ ਹੈ ਕਿ ਸਰਕਾਰ ਰਿਫਿਊਜੀਆਂ ਨੂੰ ਘਰ ਬਣਾ ਕੇ ਦੇ ਰਹੀ ਹੈ। ਮਾਨਾ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੀ ਤੇ ਉਹ ਵਾਪਸ ਚਲੀ ਜਾਂਦੀ ਹੈ। ਉਸ ਤੋਂ ਬਾਅਦ ਵੀਰਾਂਵਾਲੀ ਦੇ ਘਰ ਥਾਣੇਦਾਰ ਤੇ ਸਿਪਾਹੀ ਆ ਜਾਂਦੇ ਆ। ਵੀਰਾਂਵਾਲੀ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਪੱਕੇ ਕੋਠੇ ਵਾਸਤੇ ਸਾਡਾ ਨਾਂ ਲਿਖਣ ਆਏ ਹੈ। ਸਿਪਾਹੀ ਤੇ ਥਾਣੇਦਾਰ ਚਲਾਕੀ ਨਾਲ ਵੀਰਾਂਵਾਲੀ ਤੋਂ ਸਾਰੀਆਂ ਗੱਲਾਂ ਪੁੱਛ ਲੈਂਦੇ ਆ। ਉਹ ਵੀਰਾਂਵਾਲੀ ਦੇ ਮੂੰਹ ਚੋਂ ਇਹ ਕਢਾਉਣ 'ਚ ਕਾਮਯਾਬ ਹੋ ਜਾਂਦੇ ਆ ਕਿ ਉਹਦਾ ਮੁੰਡਾ ਬੰਬ ਬਣਾਉਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਉਹ ਬੜੀ ਚਲਾਕੀ ਨਾਲ ਵੀਰਾਂਵਾਲੀ ਨੂੰ ਕਹਿੰਦੇ ਆ ਕਿ ਉਸਦੇ ਇੱਕ ਮੁੰਡੇ ਨੂੰ ਇੱਕ ਕੋਠੜੀ ਤੇ ਖਾਣਾ ਅਸੀਂ ਪ੍ਰਬੰਧ ਕਰ ਦਿਆਂਗੇ। ਵੀਰਾਂਵਾਲੀ ਇਹ ਸਮਝਦੀ ਹੈ ਕਿ ਉਹਨਾਂ ਨੂੰ ਕੋਠਾ ਦੇਣਗੇ, ਪਰੰਤੂ ਉਹ ਹਵਾਲਾਤ ਦੀ ਗੱਲ ਕਰ ਰਹੇ ਹੁੰਦੇ ਆ। ਸੋ ਇਸ ਤਰ੍ਹਾਂ ਦੋ ਅਰਥਾਂ ਵਾਲੀਆਂ ਗੱਲਾਂ ਹੁੰਦੀਆਂ ਨੇ। ਹਾਸਰਸ ਪੈਦਾ ਹੁੰਦਾ ਇਹਨਾਂ ਗੱਲਾਂ ਦੇ ਵਿੱਚੋਂ। ਸੋ ਥੋੜੇ ਸਮੇਂ ਬਾਅਦ ਥਾਣੇਦਾਰ ਵੀਰਾਂਵਾਲੀ ਨੂੰ ਕਹਿੰਦਾ ਕਿ ਆਪਣੇ ਪੁੱਤਰਾਂ ਦੇ ਨਾਂ ਲਿਖਾ। ਵੀਰਾਂਵਾਲੀ ਦੱਸਦੀ ਹੈ ਕਿ ਉਹਦੇ 3 ਪੁੱਤਰ ਹੈ, ਜਿਨ੍ਹਾਂ ਵਿੱਚੋਂ ਇੱਕ ਸਹੁਰੇ ਗਿਆ ਹੋਇਆ, ਦੂਜਾ ਮੇਲੇ ਵਿੱਚ ਰਾਂਗਲੀਆਂ ਪੀੜੀਆਂ ਵੇਚਣ ਗਿਆ ਹੋਇਆ ਤੇ ਤੀਜਾ ਵਜ਼ੀਰਾ ਬੁੱਗੇ ਮੱਲ ਕੀ ਡਿਊੜੀ ਦੇ ਪਾਵੇ ਠੋਕਣ ਗਿਆ। ਸੋ ਇਹਨਾਂ ਤਿੰਨਾਂ ਗੱਲਾਂ ਦਾ ਉਹ ਡਬਲ ਅਰਥ ਕਰਦੇ ਆ। ਉਹ ਸਹੁਰਿਆਂ ਨੂੰ ਜੇਲ੍ਹ ਸਮਝਦੇ ਆ। ਸਿਪਾਹੀ ਥਾਣੇਦਾਰ ਨੂੰ ਦੱਸਦਾ ਹੈ ਕਿ ਜਦੋਂ ਇਹ ਲੋਕ ਜੇਲ੍ਹ ਜਾਂਦੇ ਆ ਤਾਂ ਉਦੋਂ ਕਹਿੰਦੇ ਸਹੁਰੇ ਗਏ। ਸੋ ਇਸ ਤਰ੍ਹਾਂ ਉਹਨਾਂ ਦੇ ਵਿਚਕਾਰ ਗੱਲਬਾਤ ਚੱਲਦੀ ਰਹਿੰਦੀ ਹੈ। ਥੋੜੇ ਸਮੇਂ ਬਾਅਦ ਵਜ਼ੀਰਾ ਆ ਜਾਂਦਾ ਹੈ। ਜਦੋਂ ਉਹਨਾਂ ਦੀ ਵਜ਼ੀਰੇ ਨਾਲ ਗੱਲਬਾਤ ਹੁੰਦੀ ਹੈ ਤਾਂ ਵਜ਼ੀਰੇ ਨੂੰ ਪੁੱਛਦੇ ਕਿ ਤੂੰ ਕੀ ਕੰਮ ਕਰਦਾ ਹੈ, ਤਾਂ ਵਜ਼ੀਰਾ ਦੱਸਦਾ ਕਿ ਉਹ ਬੰਬ ਬਣਾਉਂਦਾ ਹੈ। ਤਾਂ ਥਾਣੇਦਾਰ ਖੁਸ਼ ਹੋ ਜਾਂਦਾ ਹੈ ਕਿ ਉਹਨੇ ਬਹੁਤ ਵੱਡਾ ਮੁਜਰਮ ਫੜ ਲਿਆ। ਜਦੋਂ ਵੀਰਾਂਵਾਲੀ ਇਹ ਕਹਿੰਦੀ ਹੈ ਕਿ ਅਸੀਂ ਤਾਂ ਸਰਦਾਰਾਂ ਨੂੰ ਤੇ ਹੋਰ ਪਿੰਡ ਦੇ ਜਿਹੜੇ ਮੋਹਤਵਰ ਬੰਦੇ ਨੇ ਉਹਨਾਂ ਸਾਰਿਆਂ ਨੂੰ ਬੰਬ ਬਣਾ ਦਿੰਦੇ ਆ, ਤਾਂ ਥਾਣੇਦਾਰ ਜਿਹੜਾ ਉਹ ਗੁੱਸੇ ਹੋ ਜਾਂਦਾ ਹੈ ਕਿ ਤੂੰ ਪਿੰਡ ਦੇ ਵੱਡੇ ਲੋਕਾਂ ਦਾ ਵੀ ਨਾਂ ਵਿੱਚ ਲੈਣ ਲੱਗ ਪਈ। ਸੋ ਥਾਣੇਦਾਰ ਇਸ ਜੁਰਮ ਦੇ ਵਿੱਚ ਵਜ਼ੀਰੇ ਨੂੰ ਫੜ ਕੇ ਲਿਜਾਣ ਲੱਗਦਾ ਹੈ। ਵੀਰਾਂਵਾਲੀ ਨੂੰ ਗੱਲ ਨਹੀਂ ਸਮਝ ਲੱਗਦੀ। ਸੋ ਉਹ ਘਬਰਾ ਜਾਂਦੀ ਹੈ। ਉਹ ਥਾਣੇਦਾਰ ਨੂੰ ਪੁੱਛਦੀ ਹੈ ਕਿ ਅਸੀਂ ਕੀ ਜੁਰਮ ਕੀਤਾ, ਇਹਨੂੰ ਕਿਉਂ ਫੜਨ ਲੱਗੇ ਹੋ। ਹਾਲਾਂਕਿ ਇਕਾਂਗੀ ਦੇ ਅੰਤ ਵਿੱਚ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਉਹ ਟਾਂਗੇ ਦੇ ਬੰਬ ਬਣਾਉਂਦਾ ਹੈ। ਪਿਆਰੇ ਵਿਦਿਆਰਥੀਓ, ਵਜ਼ੀਰਾ ਟਾਂਗੇ ਦੇ ਬੰਬ ਬਣਾਉਂਦਾ ਸੀ। ਬੰਬ ਟਾਂਗੇ ਦਾ ਇੱਕ ਪਾਰਟ ਹੁੰਦਾ ਹੈ, ਪਰੰਤੂ ਥਾਣੇਦਾਰ ਇਹ ਸਮਝਦਾ ਕਿ ਕੈਮੀਕਲ ਦੇ ਬੰਬ ਬਣਾਉਂਦਾ ਹੈ। ਇਸ ਕਰਕੇ ਦੋਹਾਂ ਦੇ ਵਿਚਕਾਰ ਗੱਲਬਾਤ ਹੁੰਦੀ ਹੈ। ਸੋ ਥਾਣੇਦਾਰ ਉਹਨੂੰ ਜੁਰਮ ਦੇ ਵਿੱਚ ਫੜ ਕੇ ਲਿਜਾਣ ਲੱਗਦਾ ਹੈ। ਵੀਰਾਂਵਾਲੀ ਉਹਨੂੰ ਰੋਕਦੀ ਹੈ, ਉਹਨਾਂ ਦੀਆਂ ਮਿੰਨਤਾਂ ਕਰਦੀ ਹੈ, ਤਾਂ ਉਹ ਵੀਰਾਂਵਾਲੀ ਨੂੰ ਕਹਿੰਦੇ ਤੈਨੂੰ ਵੀ ਲੈ ਜਾਵਾਂਗੇ। ਉਹਨੂੰ ਡਰਾ ਕੇ ਉਹ ਪਿੱਛੇ ਕਰ ਦਿੰਦੇ। ਸੋ ਇਸ ਤਰ੍ਹਾਂ ਥਾਣੇਦਾਰ ਵਜ਼ੀਰੇ ਨੂੰ ਫੜ ਕੇ ਲੈ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਸ ਇਕਾਂਗੀ ਵਿੱਚ ਬਲਵੰਤ ਗਾਰਗੀ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਾਸਰਸ ਤੇ ਕਰੁਣਾ ਰਸ ਨੂੰ ਬਰਾਬਰ ਨਿਭਾਇਆ। ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਥੋੜੇ ਸਮੇਂ ਬਾਅਦ ਸਾਨੂੰ ਹਾਸਾ ਆਉਂਦਾ ਹੈ, ਪਰੰਤੂ ਉਹਨਾਂ ਦੇ ਵਾਰਤਾਲਾਪ ਸੁਣ ਕੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਜੜ ਕੇ ਆਏ ਸ਼ਰਨਾਰਥੀ ਲੋਕਾਂ ਦੀ ਆਰਥਿਕ ਹਾਲਤ ਕੀ ਸੀ। ਸਾਨੂੰ ਕਦੇ-ਕਦੇ ਉਹਨਾਂ ਪਾਤਰਾਂ ਦੇ ਉੱਪਰ ਤਰਸ ਆਉਣ ਲੱਗ ਪੈਂਦਾ ਕਿ ਉਹ ਕਿਸ ਤਰ੍ਹਾਂ ਦੀ ਜੂਨ ਹੰਢਾ ਰਹੇ ਹੈ। ਸੋ ਬਲਵੰਤ ਗਾਰਗੀ ਹੋਰਾਂ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਇਸ ਇਕਾਂਗੀ ਨੂੰ ਸਿਰਜਿਆ। ਸੋ
ਤੁਸੀਂ ਇਸ ਇਕਾਂਗੀ ਦਾ ਬਾਕੀ ਪਾਠ ਆਪ ਕਰਨਾ ਹੈ। ਜਦੋਂ ਸਕੂਲ ਗਏ ਆਪਣੇ ਅਧਿਆਪਕ ਨੂੰ ਕਹਿਣਾ ਹੈ ਕਿ ਤੁਹਾਨੂੰ ਇਹ ਇਕਾਂਗੀ ਤਿਆਰ ਕਰਵਾਵੇ, ਇਸ ਇਕਾਂਗੀ ਨੂੰ ਖੇਡਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਅਸੀਂ ਇਸ ਇਕਾਂਗੀ ਦਾ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਅਭਿਆਸ ਵਿੱਚ ਸਾਡੇ ਕੋਲੇ 3 ਤਰ੍ਹਾਂ ਦੇ ਪ੍ਰਸ਼ਨ ਆਉਂਦੇ ਆ। ਇੱਕ ਵਸਤੂਨਿਸ਼ਟ ਪ੍ਰਸ਼ਨ, ਦੂਸਰਾ ਪਾਤਰਾਂ ਦਾ ਪਾਤਰ ਚਿੱਤਰਨ, ਤੇ ਤੀਸਰਾ ਇੱਕ ਵਾਰਤਾਲਾਪ ਦੇ ਕੇ ਉਹਦੇ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਲੱਭਣਾ ਜਾਂ ਵਾਰਤਾਲਾਪ ਦਾ ਪ੍ਰਸੰਗ ਕਰਨਾ। ਸੋ ਅਸੀਂ ਹੁਣ ਸਭ ਤੋਂ ਪਹਿਲਾਂ ਇੱਕ ਪਾਤਰ ਦਾ ਪਾਤਰ ਚਿੱਤਰਨ ਕਰਦੇ ਹਾਂ। ਪਾਤਰ ਚਿੱਤਰਨ ਕਰਨ ਲਈ ਇਕਾਂਗੀ ਵਿੱਚੋਂ ਕਿਸੇ ਇੱਕ ਪਾਤਰ ਦੇ ਸਾਰੇ ਵਾਰਤਾਲਾਪ ਅਲੱਗ ਕਰਕੇ ਉਸ ਦੇ ਸੁਭਾਅ ਦੇ ਲੱਛਣ ਲੱਭੇ ਜਾ ਸਕਦੇ ਹਨ। ਸੋ ਉਦਾਹਰਨ ਇਕਾਂਗੀ ਬੰਬ ਕੇਸ ਵਿੱਚੋਂ ਅਸੀਂ ਵੀਰਾਂ ਵਾਲੀ ਦਾ ਪਾਤਰ ਚਿੱਤਰਨ ਕਰਦੇ ਹਾਂ। ਅਸੀਂ ਉਸ ਦੇ ਕੁਝ ਵਾਰਤਾਲਾਪ ਅਲੱਗ ਕੀਤੇ ਹਨ। ਪਾਤਰ ਦੀ ਜਾਣ ਪਛਾਣ ਕਰਾਉਣ ਲਈ ਇਹ 3-4 ਵਾਰਤਾਲਾਪ ਨੇ। ਵਿਚਾਰੇ ਮਜ਼ਦੂਰੀ ਕਰਕੇ ਡੰਗ ਟਪਾਉਂਦੇ ਨੇ, ਮਹਾਰਾਜ ਅਸੀਂ ਫਰੂਜੀ ਤਾਂ ਪਾਕਿਸਤਾਨੋਂ ਉਜੜ ਕੇ ਆਏ ਹਾਂ। ਕਿਹੜੇ ਪੁੱਤ ਦਾ? ਸੁੱਖ ਨਾਲ ਮੈਂ 3 ਪੁੱਤਾਂ ਦੀ ਮਾਂ। ਨੀ ਦੀਪੀਏ, ਨੀ ਤੂੰ ਕਿੱਥੇ ਹੜਬੂ ਕਰਦੀ ਫਿਰਦੀ ਐ? ਭਾਵ ਇਹਨਾਂ ਵੱਖ-ਵੱਖ ਵਾਰਤਾਲਾਪਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਪਰਿਵਾਰ, ਵੀਰਾਂ ਵਾਲੀ ਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਆਇਆ। ਉਹ ਰਿਫਿਊਜੀ ਹੈ, ਉਹਦੇ ਪੁੱਤਰ ਮਜ਼ਦੂਰੀ ਕਰਕੇ ਡੰਗ ਟਪਾਉਂਦੇ ਹੈ, ਉਹਦੇ 3 ਪੁੱਤ ਹੈ ਤੇ ਦੀਪੀ ਉਹਦੀ ਧੀ ਹੈ। ਇਸੇ ਤਰ੍ਹਾਂ ਹੀ ਅੱਗੇ ਡਾਇਲੋਗ ਹੈ, ਖੇ ਤੇ ਸੁਆਹ ਬਸ ਮੇਰੇ ਨਾਲ ਲੜਨ ਬਾਝੋਂ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਤੇ ਮੈਂ ਬੁੱਢੀ ਠੇਰੀ, ਦੱਸੋ ਕੀ ਕਰਾਂ। ਉਹਨਾਂ ਨੂੰ ਮੇਰੇ ਨਾਲ ਪਿਆਰ ਹੀ ਹੈ ਨਹੀਂ, ਪਰ ਮਾਪੇ ਕਮਾਪੇ ਨਹੀਂ ਹੁੰਦੇ। ਵੇ ਤੂੰ ਇਹਨਾਂ ਨੂੰ ਕੀ ਆਖ ਦਿੱਤਾ? ਤੈਨੂੰ ਕਾਹਦੇ ਲਈ ਬੰਨ੍ਹ ਲਿਆ ਇਹਨਾਂ ਨੇ? ਹਾਏ ਵੇ ਲੋਕੋ, ਫਿਰ ਮੈਂ ਲੁੱਟੀ ਗਈ ਵੇ। ਥਾਣੇਦਾਰ ਜੀ, ਇਹਨੇ ਕੀ ਆਖਿਆ ਤੁਹਾਨੂੰ? ਮਾਫੀ ਦਿਓ ਇਸ ਨੂੰ, ਇਹ ਤਾਂ ਗਊ ਹੈ, ਅਸੀਲ ਪੁੱਤਰ। ਤੁਸੀਂ ਦੇਖੋ ਪਿਆਰੇ ਬੱਚਿਓ, ਇਹਨਾਂ ਦੋਹਾਂ ਵਾਰਤਾਲਾਪਾਂ ਦੇ ਵਿੱਚੋਂ ਸਾਡੇ ਕੋਲੇ ਇੱਕ ਗੱਲ ਨਿਕਲ ਕੇ ਬਾਹਰ ਆਉਂਦੀ ਹੈ ਕਿ ਉਹ ਆਪਣੇ ਪੁੱਤਰਾਂ ਨੂੰ ਪਿਆਰ ਕਰਨ ਵਾਲੀ ਹੈ। ਪਹਿਲੇ ਵਾਰਤਾਲਾਪ ਵਿੱਚ ਉਹ ਕਹਿੰਦੀ ਹੈ ਕਿ ਪੁੱਤਰ ਭਾਵੇਂ ਮੈਨੂੰ ਨਹੀਂ ਪਿਆਰ ਕਰਦੇ, ਪਰ ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ। ਤੇ ਦੂਸਰੇ ਵਾਰਤਾਲਾਪ ਦੇ ਵਿੱਚ ਜਦੋਂ ਉਹਨਾਂ ਦੇ ਪੁੱਤਰ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਤਾਂ ਉਹ ਕਿਵੇਂ ਉਹਨਾਂ ਤੋਂ ਮਾਫੀਆਂ ਮੰਗਦੀ ਹੈ, ਤਰਲੇ ਕਰਦੀ ਹੈ। ਇੱਕ ਵਾਰਤਾਲਾਪ ਹੈ, ਗੁੜ ਬਾਜੋ ਦਾਣੇ ਲੰਘਦੇ ਨਹੀਂ, ਫਿੱਟੀ ਨੀਤ ਵਾਲੀ ਹਰ ਵੇਲੇ ਖਾਣ 'ਚ ਹੀ ਸੁਰਤ ਰਹਿੰਦੀ ਹੈ। ਪਿਛਲੇ ਜਨਮ ਦੀ ਬਿੱਲੀ ਏ ਨੀ, ਇਹ ਗੁੜ ਦੀ ਡਲੀ ਤਾਂ ਮੈਂ ਤੇਰੇ ਵੀਰ ਵਾਸਤੇ ਰੱਖੀ ਸੀ, ਤੜਕੇ ਦਾ ਕੰਮ ਤੇ ਗਿਆ, ਲਿਆ ਦੇ ਨੀ, ਲਿਆ ਦੇ ਚੰਦਰੀਏ, ਮੈਂ ਮਸਾਂ ਗੁੜ ਦਾ ਭੋਰਾ ਲੁਕੋ ਕੇ ਰੱਖਿਆ ਸੀ। ਇਹਨਾਂ ਵਾਰਤਾਲਾਪਾਂ ਨੂੰ ਸੁਣਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਕਰਨ ਵਾਲੀ ਹੈ। ਉਹਨੇ ਆਪਣੇ ਪੁੱਤਰ ਲਈ ਇੱਕ ਗੁੜ ਦੀ ਡਲੀ ਲੁਕੋ ਕੇ ਰੱਖੀ ਹੁੰਦੀ ਹੈ। ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਦੀਪੀ ਉਹ ਖਾਈ ਜਾਂਦੀ ਹੈ ਤਾਂ ਉਹ ਤੋਂ ਖੋਹ ਲੈਂਦੀ ਹੈ, ਉਹਨੂੰ ਝੜਕਦੀ ਵੀ ਹੈ। ਸੋ ਇਸੇ ਤਰ੍ਹਾਂ ਹੀ ਅੱਗੇ ਵਾਰਤਾਲਾਪ ਹੈ, ਹੇ ਰੱਬਾ ਹੁਣ ਇਹ ਸਿਆਣੀ ਹੋ ਗਈ ਹੈ, ਕੋਈ ਮੁੰਡਾ ਲੱਭੇ ਤਾਂ ਇਸ ਦਾ ਤਰੋਪਾ ਭਰਾਂ। ਨਹੀਂ ਹੁਣ ਮੂੰਹ ਕਿਉਂ ਸਜਾ ਲਿਆ? ਇਹ ਜੁੱਲੀਆਂ ਬਾਹਰ ਸੁੱਕਣੀਆਂ ਪਾ, ਲੈ ਫੜ ਮੇਰੀ ਧੀ ਬੀਬੀ ਰਾਣੀ। ਹੁਣ ਇਹਨਾਂ ਦੋਹਾਂ ਵਾਰਤਾਲਾਪਾਂ 'ਚੋਂ ਸਾਨੂੰ ਉਹਦਾ ਇਹ ਗੁਣ ਸਾਹਮਣੇ ਆਉਂਦਾ ਹੈ ਕਿ ਉਹ ਧੀ ਨੂੰ ਪਿਆਰ ਕਰਨ ਵਾਲੀ ਹੈ, ਉਹ ਧੀ ਦੇ ਵਿਆਹ ਦੀ ਚਿੰਤਾ ਕਰਨ ਵਾਲੀ ਹੈ। ਇਸੇ ਤਰ੍ਹਾਂ ਹੀ ਅੱਗੇ ਵਾਰਤਾਲਾਪ ਹੈ, ਸਾਰੇ ਘਰ ਦਾ ਪਾਣੀ ਮੈਂ ਢੋਂਦੀ ਸਾਂ ਤੇ ਕਦੇ ਖੂਹ ਵਿੱਚ ਕੋਈ ਚੀਜ਼ ਡਿੱਗ ਪੈਂਦੀ ਤਾਂ ਸਦਾ ਮੈਂ ਹੀ ਉਤਰਦੀ। ਇੱਕ ਵਾਰ ਸਾਡਾ ਮੇਮਣਾ ਡਿੱਗ ਪਿਆ, ਮੈਂ ਕੱਢ ਲਿਆਈ। ਹੁਣ ਇਸ ਵਾਰਤਾਲਾਪ ਤੋਂ ਪਿਆਰੇ ਬੱਚਿਓ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਖੂਹ ਵਿੱਚ ਵੀ ਉਤਰ ਜਾਂਦੀ ਸੀ,
ਉਹਨਾਂ ਦੇ ਘਰ ਦਾ ਹੋਰ ਕੋਈ ਜੀ ਖੂਹ ਵਿੱਚ ਨਹੀਂ ਉਤਰਦਾ ਸੀਗਾ, ਉਹ ਉਤਰ ਜਾਂਦੀ ਸੀ ਜੇ ਕੋਈ ਚੀਜ਼ ਡਿੱਗ ਪੈਂਦੀ ਸੀ ਤਾਂ ਵਿੱਚੋਂ ਕੱਢ ਲਿਆਉਂਦੀ ਸੀ। ਇਹਦਾ ਮਤਲਬ ਹੈ ਕਿ ਉਹ ਨਿਡਰ ਸੀ, ਉਹ ਹੌਸਲੇ ਵਾਲੀ ਸੀ। ਇਸੇ ਤਰ੍ਹਾਂ ਕੁਝ ਹੋਰ ਵਾਰਤਾਲਾਪ ਹੈ। ਕਹਿੰਦੀ ਪਰ ਜੀ ਇਹ ਬੰਬ ਕੋਈ ਅੱਜ ਦੇ ਬਣਾਉਂਦਾ, ਇਸ ਨੂੰ ਤਾਂ 2 ਸਾਲ ਹੋ ਗਏ ਬਣਾਉਂਦੇ ਨੂੰ, ਪਰ ਅਸੀਂ ਕਿਹੜਾ ਜੁਰਮ ਪਏ ਕਮਾਉਂਦੇ ਹਾਂ। ਪਰਸੋਂ ਹੀ ਪਟਵਾਰੀ ਹੋਰਾਂ ਦੇ ਘਰ 2 ਬੰਬ ਗਏ ਆ ਇੱਥੋਂ, ਚੌਧਰੀ ਚੂੜ ਸਿੰਘ ਵੱਡੀ ਦਾੜੀ ਵਾਲੇ ਸਰਕਾਰ ਦੇ ਘਰ ਤੇ ਸੂਬੇਦਾਰਾਂ ਦੇ ਘਰ, ਸਾਰੇ ਸਾਡੇ ਕੋਲੋਂ ਹੀ ਬੰਬ ਬਣਵਾਉਂਦੇ ਆ। ਹੁਣ ਦੇਖੋ ਪਿਆਰੇ ਬੱਚਿਓ, ਥਾਣੇਦਾਰ ਆ ਜਿਹੜਾ ਉਹਨੂੰ ਗੱਲੀ ਬਾਤੀ ਇਸ ਗੱਲ ਤੇ ਮਨਾ ਰਿਹਾ ਕਿ ਉਹ ਬੰਬ ਬਣਾਉਂਦੇ ਆ, ਉਹ ਸਮਝਦਾ ਕੈਮੀਕਲ ਬੰਬ ਬਣਾਉਂਦੇ ਆ, ਪਰ ਉਹ ਇੰਨੀ ਭੋਲੀ ਹੈ ਕਿ ਬਿਲਕੁਲ ਉਹਦੀਆਂ ਚਲਾਕੀਆਂ ਨੂੰ ਨਹੀਂ ਸਮਝਦੀ। ਉਹ ਸਾਰੀਆਂ ਗੱਲਾਂ ਉਹਨਾਂ ਨਾਲ ਬਿਲਕੁਲ ਭੋਲੇਪਨ ਦੇ ਵਿੱਚ ਹੀ ਸਾਂਝੀਆਂ ਕਰ ਰਹੀ ਹੈ। ਸੋ ਇਹਨਾਂ ਵਾਰਤਾਲਾਪਾਂ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਔਰਤ ਹੈ ਜਿਹੜੀ ਉਹ ਭੋਲੀ ਭਾਲੀ ਹੈ। ਇਸੇ ਤਰ੍ਹਾਂ ਹੀ ਹੋਰ ਵਾਰਤਾਲਾਪ ਹੈ, ਇਹ ਚੰਦਰੇ ਮੀਂਹ ਦੇ ਕੌਣ ਵਾਰੇ ਆਜੂ, ਜਦੋਂ ਦੇ ਇਹ ਸਕੂਲੀ ਆਏ ਆ ਉੱਪਰੋਂ ਹੇਠੋਂ ਚੋਂਦੀ ਹੈ। ਪਰ ਜੀ ਬੜਾ ਭੈੜਾ ਮਕਾਨ ਹੈ, ਗਰਮੀ ਵਿੱਚ ਠੀਕਰਾ ਤਪਦਾ, ਮੀਂਹ ਵਿੱਚ ਚੋਂਦਾ, ਸਿਆਲ ਵਿੱਚ ਹਵਾ ਦੇ ਬੁੱਲੇ ਆਉਂਦੇ ਆ, ਬਹੁਤ ਔਖੇ ਆ ਮਹਾਰਾਜ। ਇਹਨਾਂ ਵਾਰਤਾਲਾਪਾਂ ਤੋਂ ਸਾਨੂੰ ਹੁਣ ਪਤਾ ਲੱਗਦਾ ਹੈ ਕਿ ਉਹ ਇੱਕ ਢੱਠੇ ਹੋਏ ਖੋਲੇ ਵਿੱਚ ਰਹਿ ਰਹੇ ਆ, ਜਿੱਥੇ ਉਹਨਾਂ ਨੂੰ ਆਪਣਾ ਜੀਵਨ ਨਿਰਵਾਹ ਕਰਨਾ ਔਖਾ ਹੈ, ਭਾਵ ਕਿ ਉਹ ਸਾਰੇ ਇਸ ਵਰਤਾਰੇ ਤੋਂ ਦੁਖੀ ਹੈ, ਭਾਵ ਕਿ ਉਹ ਇੱਕ ਦੁਖੀ ਔਰਤ ਹੈ। ਪਹਿਲਾਂ ਅਸੀਂ ਪਾਤਰ ਦੀ ਜਾਣ ਪਛਾਣ ਕਰਾਉਣੇ ਆ, ਉਸ ਤੋਂ ਬਾਅਦ ਲਿਖਦੇ ਆ ਕਿ ਉਹ ਆਪਣੇ ਪੁੱਤਰਾਂ ਨੂੰ ਪਿਆਰ ਕਰਨ ਵਾਲੀ ਹੈ, ਤੇ ਜਦੋਂ ਇਹਨੂੰ ਪਰਿਭਾਸ਼ਿਤ ਕਰਾਂਗੇ ਤਾਂ ਉਦੋਂ ਲਿਖਾਂਗੇ ਕਿ ਉਹ ਆਪਣੇ ਪੁੱਤਰਾਂ ਨੂੰ ਪਿਆਰ ਕਰਦੀ ਹੈ। ਜਦੋਂ ਪੁਲਿਸ ਉਹਨਾਂ ਨੂੰ ਫੜ ਕੇ ਲਿਜਾਣ ਲੱਗਦੀ ਹੈ, ਉਹਨਾਂ ਦੀਆਂ ਮਿੰਨਤਾਂ ਕਰਦੀ ਹੈ। ਸੋ ਉਹ ਵਾਰਤਾਲਾਪ ਹੀ ਚੱਕ ਕੇ ਇਹਦੀ ਪਰਿਭਾਸ਼ਾ ਦੇ ਵਿੱਚ ਲਿਖ ਦੇਣਾ। ਇਸੇ ਤਰ੍ਹਾਂ ਅਗਲੇ ਵਿੱਚ ਹੈ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਕਰਨ ਵਾਲੀ। ਉਹ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਕਰਦੀ ਹੈ। ਜਦੋਂ ਦੀਪੋ ਗੁੜ ਖਾਣ ਲੱਗਦੀ ਹੈ ਤਾਂ ਉਹ ਤੋਂ ਝੱਟ ਗੁੜ ਖੋਹ ਲੈਂਦੀ ਹੈ ਤੇ ਕਹਿੰਦੀ ਹੈ ਕਿ ਇਹ ਤਾਂ ਉਹਨੇ ਆਪਣੇ ਪੁੱਤਰ ਵਾਸਤੇ ਲੁਕੋ ਕੇ ਰੱਖਿਆ। ਇਸੇ ਤਰ੍ਹਾਂ ਅਗਲਾ ਹੈ ਧੀ ਨੂੰ ਪਿਆਰ ਕਰਨ ਵਾਲੀ, ਧੀ ਦੇ ਵਿਆਹ ਦੀ ਚਿੰਤਾ ਕਰਨ ਵਾਲੀ। ਸੋ ਉਹ ਜਦੋਂ ਉਹਦੀ ਧੀ ਰੁੱਸ ਜਾਂਦੀ ਹੈ ਤਾਂ ਉਹਨੂੰ ਮਨਾਉਂਦੀ ਹੈ। ਉਸ ਤੋਂ ਬਾਅਦ ਉਹ ਧੀ ਦੇ ਵਿਆਹ ਦੀ ਚਿੰਤਾ ਕਰਦੀ ਹੈ ਕਿ ਇਹਦੇ ਵਾਸਤੇ ਕੋਈ ਯੋਗ ਵਰ ਮਿਲ ਜੇ ਤਾਂ ਅਸੀਂ ਇਹਦਾ ਵਿਆਹ ਕਰ ਦਈਏ। ਇਸੇ ਤਰ੍ਹਾਂ ਹੀ ਅਸੀਂ ਲਿਖਦੇ ਹਾਂ ਕਿ ਉਹ ਨਿਡਰ ਤੇ ਹੌਸਲੇ ਵਾਲੀ ਹੈ, ਤੇ ਇਹਦੀ ਵਿੱਚ ਅਸੀਂ ਲਿਖ ਦਿੰਦੇ ਹਾਂ ਕਿ ਉਹ ਜਦੋਂ ਖੂਹ ਦੇ ਵਿੱਚ ਕੋਈ ਚੀਜ਼ ਡਿੱਗ ਪੈਂਦੀ ਸੀ ਤਾਂ ਉਹ ਆਪ ਉਤਰ ਕੇ ਵਿੱਚੋਂ ਕੱਢ ਲਿਆਉਂਦੀ ਸੀ, ਭਾਵ ਇੱਕ ਵਾਰ ਉਹਨਾਂ ਦਾ ਮੇਮਣਾ ਡਿੱਗ ਪਿਆ ਤੇ ਉਹ ਉਹਨੂੰ ਵੀ ਵਿੱਚੋਂ ਬਾਹਰ ਕੱਢ ਲਏ। ਅਗਲਾ ਹੈ ਭੋਲੀ ਭਾਲੀ। ਇਸ ਦੇ ਵਿੱਚ ਅਸੀਂ ਇਹ ਜ਼ਿਕਰ ਕਰ ਦੇਣਾ ਕਿ ਉਹ ਭੋਲੀ ਭਾਲੀ ਹੈ। ਥਾਣੇਦਾਰ ਤੇ ਸਿਪਾਹੀ ਚਲਾਕੀਆਂ ਨਾਲ ਉਹ ਤੋਂ ਗੱਲਾਂ ਪੁੱਛ ਰਹੇ ਹੈ, ਉਹਨੂੰ ਪਤਾ ਨਹੀਂ ਲੱਗਦਾ, ਉਹ ਭੋਲੇਪਣ ਵਿੱਚ ਉਹਨਾਂ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਹ ਇੱਕ ਦੁਖੀ ਔਰਤ ਹੈ। ਇਹਦੇ ਵਿੱਚ ਅਸੀਂ ਲਿਖ ਦੇਣਾ ਕਿ ਉਹ ਦੁਖੀ ਔਰਤ ਹੈ। ਉਹ ਪਾਕਿਸਤਾਨ ਤੋਂ ਉਜੜ ਕੇ ਆਏ ਹੋਏ ਨੇ, ਉਹਦੇ ਮੁੰਡੇ ਮਜ਼ਦੂਰੀ ਕਰਦੇ ਨੇ, ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ। ਉਹਨਾਂ ਕੋਲ ਇੱਕੋ ਢੱਠਾ ਹੋਇਆ ਖੋਲਾ ਹੈ ਜਿਸ ਵਿੱਚ ਉਹਨਾਂ ਦਾ ਜੀਵਨ ਨਿਰਵਾਹ ਨਹੀਂ ਹੁੰਦਾ। ਸੋ ਉਹ ਕੁੱਲ ਮਿਲਾ ਕੇ ਉਹ ਇੱਕ ਦੁਖੀ ਔਰਤ ਹੈ। ਸੋ ਇਸ ਤਰ੍ਹਾਂ ਅਸੀਂ ਪਾਤਰ ਚਿੱਤਰਨ ਕਰਨੇ ਹੈ। ਇਸੇ ਤਰ੍ਹਾਂ ਹੀ ਤੁਸੀਂ ਇਸ ਇਕਾਂਗੀ ਦੇ ਬਾਕੀ ਪਾਤਰਾਂ ਦੇ ਪਾਤਰ ਚਿੱਤਰਨ ਕਰੋਗੇ। ਇਸ ਤੋਂ ਅਗਲਾ ਸਾਡਾ ਪ੍ਰਸ਼ਨ ਹੁੰਦਾ ਹੈ, ਇੱਕ ਵਾਰਤਾਲਾਪ ਦਿੱਤਾ ਜਾਂਦਾ ਹੈ ਤੇ ਉਸ ਵਾਰਤਾਲਾਪ ਦੇ ਨਾਲ ਕੁਝ ਪ੍ਰਸ਼ਨ ਦੇ ਕੇ ਉਹਨਾਂ ਦੇ ਉੱਤਰ ਲੱਭਣ ਲਈ ਕਿਹਾ ਜਾਂਦਾ ਹੈ। ਇੱਥੇ ਅਸੀਂ ਨਮੂਨੇ ਵਜੋਂ ਇੱਕ ਵਾਰਤਾਲਾਪ ਲਿਆ ਹੈ ਤੇ ਇਸ ਵਾਰਤਾਲਾਪ ਦੇ ਨਾਲ ਕੁਝ ਪ੍ਰਸ਼ਨ ਦਿੱਤੇ ਨੇ। ਵਾਰਤਾਲਾਪ ਹੈ, ਜੀ ਉਹ ਤਾਂ ਬਸ ਰਾਤ ਦਿਨ ਚੁਸਕੀ ਚੜਾਈ ਗੁੱਟ ਰਹਿੰਦੇ ਸਨ। ਜੇ ਕਦੇ ਭੁੱਲ ਭੁਲੇਖੇ ਗਸ਼ਤ ਤੇ ਨਿਕਲਦੇ ਤਾਂ ਪਹਿਲਾਂ ਹੀ ਧੁੰਮ ਪੈ ਜਾਂਦੀ, ਚੋਰਾਂ ਨੇ ਸੁਆਹ ਲੱਭਣਾ ਸੀ। ਸੋ ਇਹਦੇ ਵਿੱਚੋਂ 4 ਪ੍ਰਸ਼ਨ ਪੁੱਛੇ ਗਏ ਨੇ। ਤੁਸੀਂ ਇਸ ਵਾਰਤਾਲਾਪ ਨੂੰ ਦੇਖ ਕੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕਰੋ। ਸੋ ਪਹਿਲਾ ਪ੍ਰਸ਼ਨ ਹੈ, ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹੈ? ਸੋ ਸਾਨੂੰ ਪਤਾ ਹੈ ਪਿਆਰੇ ਵਿਦਿਆਰਥੀਓ, ਅਸੀਂ ਬਲਵੰਤ ਗਾਰਗੀ ਹੋਰਾਂ ਦੀ ਬੰਬ ਕੇਸ ਇਕਾਂਗੀ ਕਰ ਰਹੇ ਹਾਂ। ਸੋ ਇਹਦਾ ਉੱਤਰ ਹੈ, ਇਹ ਸ਼ਬਦ ਬੰਬ ਕੇਸ ਇਕਾਂਗੀ ਚੋਂ ਹੈ। ਅਗਲਾ ਪ੍ਰਸ਼ਨ ਹੈ,
ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਸਿਪਾਹੀ ਨੇ ਥਾਣੇਦਾਰ ਨੂੰ ਕਹੇ। ਸੋ ਤੀਸਰਾ ਪ੍ਰਸ਼ਨ ਹੈ, ਪਹਿਲੇ ਥਾਣੇਦਾਰ ਕਿਹੋ ਜਿਹੇ ਸਨ? ਹੁਣ ਉੱਪਰ ਇਹਦੀ ਲਾਈਨ ਪਈ ਹੈ, ਉਹ ਰਾਤ ਦਿਨ ਚੁਸਕੀ ਚੜਾਈ ਗੁੱਟ ਰਹਿੰਦੇ ਸਨ। ਅੱਗੇ, ਪਹਿਲੇ ਥਾਣੇਦਾਰ ਜੇ ਕਦੇ ਭੁੱਲ ਭੁਲੇਖੇ ਗਸ਼ਤ 'ਤੇ ਨਿਕਲਦੇ ਤਾਂ ਕੀ ਹੋ ਜਾਂਦਾ ਸੀ? ਪਹਿਲੇ ਹੀ ਧੁੰਮ ਪੈ ਜਾਂਦੀ। ਉੱਤਰ, ਉਹ ਕਦੇ ਭੁੱਲ ਭੁਲੇਖੇ ਗਸ਼ਤ 'ਤੇ ਨਿਕਲਦੇ ਤਾਂ ਪਹਿਲਾਂ ਹੀ ਧੁੰਮ ਪੈ ਜਾਂਦੀ ਸੀ। ਸੋ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਦਾ ਵਾਰਤਾਲਾਪ ਦੇ ਕੇ ਪ੍ਰਸ਼ਨ ਪੁੱਛੇ ਜਾਂਦੇ ਆ। ਸੋ ਇਸੇ ਤਰ੍ਹਾਂ ਤੁਸੀਂ ਹੋਰ ਵਾਰਤਾਲਾਪ ਲੈ ਕੇ ਉਹਦੇ ਵਿੱਚੋਂ ਪ੍ਰਸ਼ਨ ਬਣਾ ਕੇ ਉੱਤਰ ਲੱਭਣ ਦੀ ਕੋਸ਼ਿਸ਼ ਕਰੋਗੇ। ਸੋ ਅਗਲੀ ਸਾਡੀ ਐਕਸਰਸਾਈਜ਼ ਹੁੰਦੀ ਹੈ, ਇੱਕ ਵਾਰਤਾਲਾਪ ਦੇ ਕੇ ਉਹਦਾ ਪ੍ਰਸੰਗ ਲਿਖਣ ਲਈ ਕਿਹਾ ਜਾਂਦਾ ਹੈ। ਸੋ ਕਿਸੇ ਵਾਰਤਾਲਾਪ ਦਾ ਪ੍ਰਸੰਗ ਲਿਖਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਨਮੂਨੇ ਵਜੋਂ ਇੱਕ ਵਾਰਤਾਲਾਪ ਲੈ ਕੇ ਅਸੀਂ ਉਹ ਐਕਸਰਸਾਈਜ਼ ਕਰਦੇ ਹਾਂ। ਨਮੂਨੇ ਵਜੋਂ ਅਸੀਂ ਇਹ ਵਾਰਤਾਲਾਪ ਲਿਆ, ਆਹੋ ਹਜ਼ੂਰ, ਮੈਂ ਤੁਹਾਨੂੰ ਕਦਨਕਾਰੀ ਕੀਤੀ ਹੈ, ਜੇ ਤੁਹਾਡੇ ਟਾਂਗੇ ਦੇ ਬੰਬ ਟੁੱਟੇ ਹਨ ਤਾਂ ਬਣਾ ਦੇਵਾਂਗਾ, ਹਜ਼ੂਰ ਛੇਤੀ ਤਿਆਰ ਕਰ ਦੇਵਾਂਗਾ। ਸੋ ਪਿਆਰੇ ਬੱਚਿਓ, ਜਦੋਂ ਕਿਸੇ ਵੀ ਵਾਰਤਾਲਾਪ ਦਾ ਪ੍ਰਸੰਗ ਲਿਖਣਾ ਹੁੰਦਾ ਹੈ ਤਾਂ ਇੱਕ ਜ਼ਰੂਰੀ ਨੁਕਤਾ ਹੈ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਕਿਤਾਬ ਦਾ ਨਾਂ, ਲੇਖਕ ਦਾ ਨਾਂ, ਇਕਾਂਗੀ ਦਾ ਨਾਂ, ਉਸ ਤੋਂ ਬਾਅਦ ਕੌਣ ਕਿਸ ਨੂੰ ਕਦੋਂ ਕਿੱਥੇ ਤੇ ਕਿਉਂ ਕਹਿੰਦਾ ਹੈ। ਤੁਸੀਂ ਦੇਖੋ ਥੱਲੇ ਇਹਦਾ ਪ੍ਰਸੰਗ ਕਿਵੇਂ ਲਿਖਿਆ ਹੈ। ਇਹ ਵਾਰਤਾਲਾਪ ਸਾਡੀ ਪੰਜਾਬੀ ਪੁਸਤਕ ਵੰਨਗੀ ਵਿੱਚ ਦਰਜ ਬਲਵੰਤ ਗਾਰਗੀ ਦੀ ਇਕਾਂਗੀ ਬੰਬ ਕੇਸ ਵਿੱਚੋਂ ਲਿਆ ਗਿਆ। ਹੁਣ ਤੁਸੀਂ ਦੇਖੋ, ਕਿਤਾਬ ਦਾ ਨਾਮ ਵੀ ਆ ਗਿਆ, ਲੇਖਕ ਦਾ ਨਾਮ ਵੀ ਆ ਗਿਆ ਤੇ ਇਕਾਂਗੀ ਦਾ ਨਾਮ ਵੀ ਆ ਗਿਆ। ਇਹ ਸ਼ਬਦ ਵਜ਼ੀਰੇ ਨੇ ਥਾਣੇਦਾਰ ਨੂੰ ਉਦੋਂ ਕਹੇ ਜਦੋਂ ਥਾਣੇਦਾਰ ਉਸ ਨੂੰ ਬੰਬ ਬਣਾਉਣ ਦੇ ਜੁਰਮ ਵਿੱਚ ਗ੍ਰਿਫਤਾਰ ਕਰਦਾ ਹੈ। ਵਜ਼ੀਰਾ ਕਹਿੰਦਾ ਹੈ ਕਿ ਉਸਨੇ ਥਾਣੇਦਾਰ ਨੂੰ ਇਨਕਾਰ ਨਹੀਂ ਕੀਤਾ, ਜੇਕਰ ਉਸਦੇ ਟਾਂਗੇ ਦੇ ਬੰਬ ਟੁੱਟੇ ਹਨ ਤਾਂ ਉਹ ਉਸ ਨੂੰ ਛੇਤੀ ਹੀ ਨਵੇਂ ਬੰਬ ਬਣਾ ਕੇ ਦੇਵੇਗਾ। ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਹੀ ਨਾਵਲ ਦੇ ਵਿੱਚੋਂ ਵੀ ਵਾਰਤਾਲਾਪ ਦੇ ਕੇ ਉਹਦਾ ਪ੍ਰਸੰਗ ਲਿਖਣ ਲਈ ਕਿਹਾ ਜਾਂਦਾ ਹੁੰਦਾ ਹੈ। ਸੋ ਤੁਸੀਂ ਚਾਹੇ ਹੋਰ ਇਕਾਂਗੀ ਦੇ ਵਾਰਤਾਲਾਪ ਦਾ ਪ੍ਰਸੰਗ ਲਿਖਣਾ ਹੈ, ਚਾਹੇ ਨਾਵਲ ਦੇ ਵਾਰਤਾਲਾਪ ਦਾ ਪ੍ਰਸੰਗ ਲਿਖਣਾ ਹੈ, ਉਸ ਦਾ ਪ੍ਰਸੰਗ ਲਿਖਣ ਵੇਲੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਜਿਹੜਾ ਅਭਿਆਸ ਤੁਹਾਨੂੰ ਕਰਾਇਆ ਗਿਆ ਹੈ, ਇਹ ਸਿਰਫ ਨਮੂਨੇ ਦੇ ਤੌਰ ਤੇ ਕਰਾਇਆ ਗਿਆ ਹੈ। ਤੁਸੀਂ ਇਸੇ ਤਰ੍ਹਾਂ ਹੀ ਇਸ ਇਕਾਂਗੀ ਦਾ ਹੋਰ ਅਭਿਆਸ ਕਰ ਲੈਣਾ ਹੈ, ਬਾਕੀ ਪਾਤਰਾਂ ਦੇ ਪਾਤਰ ਚਿੱਤਰਨ ਕਰ ਲੈਣੇ ਹੈ। ਸੋ ਪਿਆਰੇ ਵਿਦਿਆਰਥੀਓ, ਆਸ ਕਰਦਾ ਹਾਂ ਕਿ ਜਿੰਨਾ ਤੁਹਾਨੂੰ ਪੜ੍ਹਾਇਆ ਗਿਆ ਹੈ, ਜਿੰਨੀ ਆਪਣੀ ਇਸ ਇਕਾਂਗੀ ਬਾਰੇ ਗੱਲਬਾਤ ਹੋਈ, ਉਹ ਤੁਹਾਨੂੰ ਸਮਝ ਲੱਗੀ ਹੋਏਗੀ। ਸੋ ਘੱਟ ਸਮਾਂ ਹੋਣ ਕਰਕੇ ਸਾਰੀ ਇਕਾਂਗੀ ਦਾ ਅਸੀਂ ਪਾਠ ਨਹੀਂ ਕਰ ਸਕੇ, ਉਹ ਕਦੇ ਫੇਰ ਕਰ ਲਵਾਂਗੇ। ਸੋ ਪਿਆਰੇ ਵਿਦਿਆਰਥੀਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।